ਅਧਿਕਾਰ ਖੇਤਰ ਜੇ 50 ਕਿਲੋਮੀਟਰ ਹੋ ਜਾਂਦਾ BSF ਦਾ, ਉਹਦੇ ਨਾਲ ਨਫੇ ਕੀ ਨੇ ਪੰਜਾਬ ਨੂੰ ਤੇ ਨੁਕਸਾਨ ਕੀ ਨੇ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਹੈਗੇ ਆ, ਇਹਨਾਂ ਦੀ ਨੀਅਤ ਤੇ ਨੀਤੀ ਤੇ ਦੇਸ਼ ਦੇ ਲੋਕਾਂ ਨੂੰ ਸ਼ੱਕ ਹੈ ਕਿ ਕੁਲਤਾਰ ਸੰਧਵਾ ਹੋਰਾਂ ਦਾ ਬਿਆਨ ਆਉਂਦਾ ਆ, ਉਹ ਕਹਿੰਦੇ ਜੇ 15 ਕਿਲੋਮੀਟਰ ਦੇ ਦਾਇਰੇ ਦੇ ਵਿੱਚ BSF ਜਿਹੜੀ ਆ ਉਹ ਨਸ਼ੇ ਦੀ ਤਸਕਰੀ ਨਹੀਂ ਰੋਕ ਸਕੀ, ਹਥਿਆਰਾਂ ਦੀ ਸਪਲਾਈ ਨਹੀਂ ਰੋਕ ਸਕੀ, 50 ਕਿਲੋਮੀਟਰ 'ਚ ਕਿਵੇਂ ਰੋਕ ਲੈਗੀ? ਵਿੱਚ ਕਾਲੀਆਂ ਭੇਡਾਂ ਹੁੰਦੀਆਂ ਜਿਨ੍ਹਾਂ ਨਾਲ ਮਿਲੀ ਭੁਗਤ ਕਰਕੇ ਇੱਧਰ ਸਮਾਨ ਆਉਂਦਾ ਹੈਗਾ। ਜਿੰਨੇ ਬਾਰਡਰ ਦੇ ਪੰਜਾਬ ਦੇ ਵਿੱਚ ਜ਼ਿਲ੍ਹੇ ਆ, ਜਿੰਨਾ ਸਰਹੱਦੀ ਜ਼ਿਲ੍ਹਾ ਇਲਾਕਾ ਹੈਗਾ ਜੀ, ਉੱਥੇ ਸਭ ਤੋਂ ਵੱਧ ਜੇ ਲੁਕਮੀ ਸਰਗਰਮੀ ਹੈਗੀ ਆ ਤਾਂ ਉਹ RSS ਦੀ ਹੈ। ਰਾਖਸ਼ ਦੀ ਜਾਨ ਤੋਤੇ ਦੇ ਵਿੱਚ ਸੀ ਤੇ ਤੋਤੇ ਦੀ ਧੌਣ ਮਰੋੜੋ ਤਾਂ ਹੀ ਰਾਖਸ਼ ਕਾਬੂ ਆਉਂਦਾ ਸੀਗਾ। ਫਿਰ ਉਹ ਤੋਤਾ ਕੇਂਦਰ ਸਰਕਾਰ ਦੇ ਕੋਲ ਹੈਗਾ ਆ। ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਤੇ TV ਪੰਜਾਬ ਦੇ ਪ੍ਰੋਗਰਾਮ ਪੰਜਾਬ ਨਾਓ 'ਚ ਤੁਹਾਡਾ ਸਵਾਗਤ ਹੈ। ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਹਲਚਲ ਪੈਦਾ ਹੋਈ ਹੈ ਤੇ ਇਹ ਹਲਚਲ ਪੈਦਾ ਹੋਈ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਉੱਤੇ BSF ਦਾ ਅਧਿਕਾਰ ਖੇਤਰ ਵਧਾਉਣ ਦਾ ਕਰਕੇ। ਜਿਹੜਾ ਅਧਿਕਾਰ ਖੇਤਰ ਪਹਿਲਾਂ ਬਾਰਡਰ ਤੋਂ 15 ਕਿਲੋਮੀਟਰ ਤੱਕ ਦਾ ਹੁੰਦਾ ਸੀਗਾ, ਉਸੇ ਅਧਿਕਾਰ ਖੇਤਰ ਨੂੰ ਹੁਣ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ। ਔਰ ਇਸ ਸਭ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਇਹ ਕਹਿਣਾ ਆ ਕਿ ਅੱਧੇ ਪੰਜਾਬ ਤੇ ਕੇਂਦਰ ਸਰਕਾਰ ਨੇ ਅਸਿੱਧੇ ਰੂਪ ਦੇ ਵਿੱਚ ਕਬਜ਼ਾ ਕਰ ਲਿਆ ਆ। ਇਹਦੇ ਮਾਇਨੇ ਕੀ ਹੈ? ਸਿਆਸਤ ਕਿਹੜੇ ਪਾਸੇ ਲੈ ਕੇ ਜਾਏਗੀ ਇਸ ਮੁੱਦੇ ਨੂੰ? ਕੀ ਕੇਂਦਰ ਦੀ ਸਰਕਾਰ ਆਪਣੇ ਇਸ ਫੈਸਲੇ ਦੇ ਵਿੱਚ ਕੋਈ ਬਦਲਾਅ ਵੀ ਕਰ ਸਕਦੀ ਹੈ ਜੇ ਇਸੇ ਤਰੀਕੇ ਨਾਲ ਵਿਰੋਧ ਉੱਠਦਾ ਰਿਹਾ, ਜਾਂ ਇਹ ਵਿਰੋਧ ਸਿਰਫ ਵਿਰੋਧ ਬਣ ਕੇ ਰਹਿ ਜਾਏਗਾ? ਆਪਾਂ ਚਰਚਾ ਕਰਾਂਗੇ। ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਜੀ। ਨੌਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਨੌਲੀ ਸਾਹਿਬ, ਅਚਾਨਕ ਝਟਕਾ ਦਿੱਤਾ ਗਿਆ ਕੇਂਦਰ ਦੀ ਸਰਕਾਰ ਵੱਲੋਂ। ਕਹਿੰਦੇ ਜੀ ਹੁਣ BSF ਦਾ ਜਿਹੜਾ ਅਧਿਕਾਰ ਖੇਤਰ ਆ ਉਹ 15 ਕਿਲੋਮੀਟਰ ਨਹੀਂ ਬਲਕਿ 50 ਕਿਲੋਮੀਟਰ ਦਾ ਹੋਏਗਾ। ਜਿਵੇਂ ਹੀ ਉਧਰੋਂ ਹੁਕਮ ਆਉਂਦਾ, ਇੱਧਰੋਂ ਸੁਨੀਲ ਜਾਖੜ ਦਾ ਟਵੀਟ ਆ ਜਾਂਦਾ, ਚੰਨੀ ਦੇ ਉੱਤੇ ਸਵਾਲ ਖੜੇ ਕਰ ਦਿੰਦੇ, ਜੀ ਚੰਨੀ ਸਾਹਿਬ ਕਿਤੇ ਤੁਸੀਂ ਅੱਧਾ ਪੰਜਾਬ ਪਰੋਸ ਕੇ ਤਾਂ ਨਹੀਂ ਦੇ ਆਏ ਥਾਲੀ ਦੇ ਵਿੱਚ ਕੇਂਦਰ ਦੀ ਸਰਕਾਰ ਨੂੰ? ਉਹਦੇ ਤੋਂ ਬਾਅਦ ਚੰਨੀ ਹੋਰੀ ਵੀ ਟਵੀਟ ਕਰ ਦਿੰਦੇ ਕਿ ਅਸੀਂ ਇਹਦਾ ਵਿਰੋਧ ਕਰਦੇ ਹਾਂ। ਫਿਰ ਬਾਕੀ ਵਿਰੋਧੀ ਪਾਰਟੀਆਂ ਵੀ ਇਹਦੇ ਉੱਤੇ ਟਵੀਟ ਕਰਨਾ ਸ਼ੁਰੂ ਕਰ ਦਿੰਦੀਆਂ। ਪਰ ਇਹਨਾਂ ਸਾਰੇ ਟਵੀਟਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਟਵੀਟ ਇਹਨਾਂ ਸਾਰਿਆਂ ਤੋਂ ਵੱਖਰਾ ਹੁੰਦਾ। ਕੈਪਟਨ ਸਾਹਿਬ ਦੀ ਗੱਲ ਆਪਾਂ ਬਾਅਦ 'ਚ ਕਰਾਂਗੇ, ਇਹਨਾਂ ਟਵੀਟਸ ਦੀ ਗੱਲ ਬਾਅਦ 'ਚ ਕਰਾਂਗੇ। ਪਰ ਇਹ ਪਹਿਲਾਂ ਦੱਸੋ ਕਿ ਅਧਿਕਾਰ ਖੇਤਰ ਜੇ 50 ਕਿਲੋਮੀਟਰ ਹੋ ਜਾਂਦਾ BSF ਦਾ ਪੰਜਾਬ ਦੇ ਵਿੱਚ, ਉਹਦੇ ਨਾਲ ਨਫੇ ਕੀ ਨੇ ਪੰਜਾਬ ਨੂੰ ਤੇ ਨੁਕਸਾਨ ਕੀ ਨੇ? ਜਸਵੀਰ ਜੀ, ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਵੀ ਜਿਹੜੀ BSF ਆ, ਬਾਰਡਰ ਸਿਕਿਉਰਿਟੀ ਫੋਰਸ, ਉਹਦਾ ਜਿਹੜਾ ਗਠਨ ਹੈਗਾ ਉਹ 1 ਦਸੰਬਰ 1965 ਨੂੰ ਹੋਇਆ ਸੀ। ਤੇ ਇਹ ਜਿਹੜਾ BSF ਐਕਟ ਹੈਗਾ ਉਹ 1968 ਨੂੰ ਬਣਦਾ ਤੇ ਇਹਦਾ ਜਿਹੜਾ ਅਧਿਕਾਰ ਕੰਮ ਕਰਨ ਦਾ ਖੇਤਰ ਹੈਗਾ ਉਹ ਧਾਰਾ 139 ਤਹਿਤ ਹੁੰਦਾ ਹੈਗਾ ਵੀ ਕਿੱਥੇ ਨਹੀਂ ਕਰਨਾ। ਤੇ ਜਿਹੜੀ ਸਰਹੱਦ ਨਾਲ ਲੱਗਦੀ ਜਿੱਥੇ ਜਿੱਥੇ BSF ਤੈਨਾਤ ਆ, ਉਹ ਜਿੰਨਾ ਬਾਰਡਰ ਦਾ ਏਰੀਆ ਆਪਣੇ ਪੰਜਾਬ, ਰਾਜਸਥਾਨ, ਗੁਜਰਾਤ, ਜੰਮੂ ਕਸ਼ਮੀਰ ਦਾ ਏਰੀਆ, ਕੁਛ ਜਿੱਥੇ BSF ਤੈਨਾਤ ਆ, ਇੱਦਾਂ ਹੀ ਬੰਗਲਾਦੇਸ਼ ਦਾ ਬਾਰਡਰ ਦਾ ਏਰੀਆ ਜਿੱਥੇ BSF ਤੈਨਾਤ ਹੈਗੀ ਆ। ਹੁਣ ਜਸਵੀਰ ਜੀ, ਸੋਚਣ ਵਾਲੀ ਗੱਲ ਆ ਵੀ ਬਹੁਤ ਸਾਰੇ ਥਾਵਾਂ 'ਤੇ ਤਾਂ ਜਿੱਦਾਂ ਰਾਜਸਥਾਨ ਹੀ ਆ, ਇਹਦੇ ਵਿੱਚ ਆਲਰੇਡੀ 50 ਕਿਲੋਮੀਟਰ ਪਹਿਲਾਂ ਹੀ ਸੀਗਾ ਵੀ ਤੁਸੀਂ 50 ਕਿਲੋਮੀਟਰ ਤੱਕ ਜਾਣੀ ਕਿ ਉਹਦਾ ਕਰ ਸਕਦੇ ਆ। ਉਹਦੇ ਕੋਲ ਅਧਿਕਾਰ ਖੇਤਰ ਸੀ। ਕਈਆਂ 'ਚ ਥੋੜ੍ਹਾ ਸੀਗਾ, ਪੰਜਾਬ 'ਚ ਉਹ 15 ਕਿਲੋਮੀਟਰ ਸੀਗਾ, ਗੁਜਰਾਤ 'ਚ 80 ਸੀਗਾ। ਹਾਂ, ਉਹਦੇ ਵਿੱਚ ਉਹ ਘਟ ਕੇ 50 ਹੋ ਜਾਣਾ ਤੇ ਇਹ ਇੱਦਾਂ ਵੱਖ-ਵੱਖ ਸੀਗਾ। ਹੁਣ ਜਿਹੜਾ ਹੁਣ ਮਸਲਾ ਉੱਠਿਆ ਹੈਗਾ ਉਹਦੇ ਵਿੱਚ ਜਿਹੜੀ ਆਪਾਂ ਜੇ ਗੱਲ ਸੋਚ ਕੇ ਦੇਖੀਏ ਵੀ ਇਹ ਜਿਹੜਾ ਇੱਕ ਤਰ੍ਹਾਂ ਨਾਲ ਉਹ ਕਿਉਂ ਉੱਠਿਆ, ਬਹੁਤ ਵੇਲਾ ਕਿਉਂ ਉੱਠਿਆ, ਉਹਦਾ ਕਾਰਨ ਇਹ ਆ ਵੀ ਜਿਹੜੀ ਮੌਜੂਦਾ ਕੇਂਦਰ ਦੀ ਸਰਕਾਰ ਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਹੈਗੇ ਆ, ਇਹਨਾਂ ਦੀ ਨੀਅਤ ਤੇ ਨੀਤੀ ਤੇ ਦੇਸ਼ ਦੇ ਲੋਕਾਂ ਨੂੰ ਸ਼ੱਕ ਹੈ ਕਿ ਇਹੋ ਆਪਣੇ ਜਿਹੜੇ ਅਧਿਕਾਰ ਹੈਗੇ ਆ ਸੂਬਿਆਂ ਦੇ, ਉਹਨਾਂ ਦੇ ਉੱਤੇ ਸੰਘੀ ਢਾਂਚੇ ਦੇ ਉੱਪਰ ਇਹਨੂੰ ਹਮਲਾ ਮੰਨ ਕੇ ਚੱਲਦੇ ਆ।
ਜਦੋਂ ਹਾਲਾਤ ਉਹ ਅਹਿਸਾਸ ਕਿੱਦਾਂ ਹੁਣ ਪੈਦਾ ਹੋਇਆ, ਉਹ ਅਹਿਸਾਸ ਜਿਹੜਾ ਪੈਦਾ ਸਾਨੂੰ ਕਿਸਾਨ ਮੋਰਚੇ ਨੇ ਕਰਾਇਆ ਵੀ ਜਿਹਦੇ ਲਈ ਅੰਦੋਲਨ ਹੁਣ ਲੜਿਆ ਜਾ ਰਿਹਾ। ਉੱਪਰੋਂ ਇਹੋ ਆ ਗਿਆ, ਜਾਣੀ ਕਿ ਤੁਸੀਂ ਦੇਖੋ ਵੀ ਇਹਦਾ ਮਤਲਬ ਜਿੱਥੋਂ ਹੁਣ ਬਾਰਡਰ ਅਟਾਰੀ ਦਾ ਸ਼ੁਰੂ ਹੁੰਦਾ, ਜਦੋਂ 50 ਕਿਲੋਮੀਟਰ ਤੱਕ ਆਉਂਦੇ ਆ ਵੀ ਅੰਮ੍ਰਿਤਸਰ ਦਾ ਸਾਰਾ ਸ਼ਹਿਰ, ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਸਥਾਨ ਆ ਜਾਂਦੇ ਆ। ਇਹਦਾ ਮਤਲਬ ਜਿਹੜਾ ਬਾਰਡਰ ਆ ਉਹ ਤਾਂ ਵੀ 50 ਕਿਲੋਮੀਟਰ ਪਹਿਲਾਂ ਹੀ ਸ਼ੁਰੂ ਹੋ ਗਿਆ ਨਾ। ਤੁਸੀਂ ਸੁਰੱਖਿਆ ਤਾਂ ਅੱਗੇ ਉਹਦੀ ਕਰਨੀ ਆ ਜਿੱਧਰ ਤੁਹਾਡਾ ਜਿੱਧਰੋਂ ਤੁਸੀਂ ਦੁਸ਼ਮਣ ਦੇਸ਼ ਮੰਨ ਕੇ ਚੱਲਦੇ ਆ, ਤੁਸੀਂ ਆਪਣੇ ਹੀ ਦੇਸ਼ ਵਿੱਚ ਜਿਹੜੀ ਹੈਗੀ ਆ, ਇਹਦਾ ਮਤਲਬ ਤੁਸੀਂ ਬਾਰਡਰ ਤੋਂ ਪਾਰ ਤੋਂ ਤਾਂ ਸੁਰੱਖਿਆ ਤੁਹਾਡੇ ਤੋਂ ਰੁਕੀ ਨਹੀਂ। ਜਿਹਦਾ ਮਸਲਾ ਵੀ ਆ ਤਾਂ ਹੁਣ ਜੇ ਸਾਰੀ ਬੈਕਗਰਾਉਂਡ ਆਪਾਂ ਇਹਦੀ ਦੇਖੀਏ ਵੀ ਜਿਹੜਾ ਹੁਣ ਰੌਲਾ ਕਿਉਂ ਪੈ ਰਿਹਾ, ਰੌਲਾ ਇਸ ਗੱਲ ਦਾ ਪੈ ਰਿਹਾ ਵੀ ਇਹ ਸਿੱਧੇ ਤੌਰ ਦੇ ਉੱਤੇ ਜਿਹੜੇ ਸੂਬਿਆਂ ਦੇ ਅਧਿਕਾਰਾਂ ਤੇ ਹਮਲਾ ਤੇ ਖਾਸ ਕਰਕੇ ਪੰਜਾਬ ਨੂੰ ਉੱਚ ਨਿਸ਼ਾਨਾ ਬਣਾਇਆ ਜਾ ਰਿਹਾ। ਇਹਦੀ ਜਿਹੜੀ ਤਿਆਰੀ ਆ ਜਸਵੀਰ ਜੀ, ਉਹ ਲੱਗ ਰਿਹਾ ਹੈਗਾ ਵੀ ਉਹ ਇੱਕਦਮ ਨਹੀਂ ਹੋਈ। ਇਹਦੇ ਪਿੱਛੇ ਪਹਿਲਾਂ ਵੀ ਇੱਕ ਵਾਰੀ ਆਪਾਂ ਚਰਚਾ ਕੀਤੀ ਸੀ ਵੀ ਜਿਹੜੇ ਬਿਆਨ ਤੁਸੀਂ 4.5 ਸਾਲ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹਿੰਦੇ ਪੰਜਾਬ ਦੇ, ਤੇ ਥੋੜਾ ਸਮਾਂ ਤੱਕ ਉਹਨਾਂ ਦੇ ਬਿਆਨ ਉਹ ਜ਼ਿਆਦਾ ਆ ਰਹੇ ਸੀਗੇ ਵੀ ਸਰਹੱਦ ਪਾਰ ਤੋਂ ਡਰੋਨ ਆ ਰਹੇ ਆ, ਸਰਹੱਦ ਪਾਰ ਤੋਂ ਡਰੋਨ ਦੇ ਰਾਹੀਂ AK-47 ਆ ਰਹੀਆਂ, ਤੇ ਉਹ ਆਪਣੇ ਭਾਸ਼ਣਾਂ ਦੇ ਵਿੱਚ ਗਾਹੇ ਬਗਾਹੇ ਕੀ ਜਾਂ ਮਿੱਥ ਕੇ ਇਹ ਗੱਲ ਕਰਦੇ ਹੁੰਦੇ ਸੀ ਵੀ ਬਾਰਡਰ ਸਟੇਟ ਆ। ਹਰ ਵਾਰ ਤੁਸੀਂ ਇਹ ਗੱਲ ਨੋਟ ਕੀਤੀ ਹੋਣੀ ਆ, ਜਦੋਂ ਉੱਥੇ ਅਫਗਾਨਿਸਤਾਨ ਦੇ ਵਿੱਚ ਵੀ ਅਮਰੀਕਾ ਦੀ ਫੌਜ ਹਟ ਕੇ ਗਈ ਆ, ਤਦ ਵੀ ਉਹ ਇਸ ਦਾ ਹਵਾਲਾ ਉਹਨੇ ਦਿੱਤਾ ਤੇ ਇਸ ਗੱਲ ਨੂੰ ਨਾਲ ਜੋੜਿਆ ਵੀ ਹੁਣ ਖਤਰੇ ਜਿਹੜੇ ਆ ਉਹ ਵੱਧ ਗਏ ਆ। ਉਹਨਾਂ ਨੇ ਉਹ ਬਾਰਡਰ ਸਟੇਟ ਦਾ ਡਰ, ਦਹਿਸ਼ਤ ਇਹ ਲੋਕਾਂ ਨੂੰ ਦਿਖਾਈ ਤੇ ਦੱਸੀ, ਤੇ ਉਦੋਂ ਸਮਝ ਲਓ ਵੀ ਇਹਦੀ ਗਰਾਊਂਡ ਜਿਹੜੀ ਸੀ ਉਹ ਤਿਆਰ ਹੋ ਗਈ ਸੀ ਵੀ ਜਿਹੜੀ ਗਵਰਨਮੈਂਟ ਨੇ ਘੁਸਪੈਠ ਅੰਦਰ ਕਰਨੀ ਹੈਗੀ। ਉਹਦੇ ਲਈ ਹੁਣ ਜਿਹੜਾ ਤੁਸੀਂ ਦੇਖੋ ਜੇ ਜਿੰਨਾ ਰਾਜਨੀਤਿਕ ਤਿੱਖੀ ਪ੍ਰਤੀਕਿਰਿਆ ਪੰਜਾਬ ਚੋਂ ਆਈ ਆ, ਉਨੀ ਸ਼ਾਇਦ ਹੋਰ ਕਿਸੇ ਸੂਬੇ ਚੋਂ ਨਹੀਂ ਆਈ। ਇੱਕ ਬੰਗਾਲ ਚੋਂ ਤੇ ਸਭ ਤੋਂ ਵੱਧ ਪੰਜਾਬ ਚੋਂ। ਪੰਜਾਬ ਦੀ ਸਾਰੀ ਸਰਕਾਰ ਹੀ ਇੱਕ ਜਿਹੜਾ ਦੋਸ਼ ਲੱਗ ਰਿਹਾ ਹੈਗਾ ਉਹ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਹੋਣਾ ਤੇ ਵੀ ਲੱਗ ਰਿਹਾ ਕਿ ਜਿਹੜੇ ਇਹਨਾਂ ਨੇ ਆਪਣੇ, ਤੁਸੀਂ ਦੇਖਿਆ ਹੋਣਾ ਵੀ ਜਿਸ ਟਵੀਟ ਨੂੰ ਸੁਨੀਲ ਜਾਖੜ ਨੇ ਸਾਂਝਾ ਕੀਤਾ, ਉਹ ਆਪਣੇ ਹੀ ਭਾਈਚਾਰੇ ਚੋਂ ਪੱਤਰਕਾਰ, ਸੀਨੀਅਰ ਪੱਤਰਕਾਰ IP ਸਿੰਘ ਦਾ ਉਹਨੇ ਰੀਟਵੀਟ ਕੀਤਾ। ਉਹ ਜਦੋਂ ਮਿਲ ਕੇ ਆਉਂਦੇ ਆ ਮੁੱਖ ਮੰਤਰੀ ਚਰਨਜੀਤ ਚੰਨੀ, ਗ੍ਰਹਿ ਮੰਤਰੀ ਹੋਣਾ ਨੂੰ, ਉਹ 'ਚੋਂ ਮੰਗ ਕਰਦੇ ਆ ਵੀ ਜਿਹੜਾ ਬਾਰਡਰ ਆ ਪੰਜਾਬ ਦੇ ਨਾਲ ਲੱਗਦਾ ਉਹਨੂੰ ਸਖਤੀ ਨਾਲ ਸੀਲ ਕੀਤਾ ਜਾਵੇ। ਹੁਣ ਜਸਵੀਰ ਜੀ ਸਵਾਲ ਖੜਾ ਹੁੰਦਾ ਇਹ ਆ ਵੀ ਸਖਤੀ ਕਰਨ ਦੀ ਲੋੜ ਕਿੱਦਾਂ ਮਹਿਸੂਸ ਕੀਤੀ ਗਈ? ਕੀ ਉੱਧਰੋਂ ਨਸ਼ੇ ਆ ਰਹੇ ਸੀ, ਉੱਧਰੋਂ ਹਥਿਆਰਾਂ ਦੀ ਖੇਪ ਆ ਰਹੀ ਸੀ, ਜਾਂ ਉਸ ਪੰਜਾਬ ਦੇ ਬਾਰਡਰ ਦੇ ਤੋਂ ਜਾਣੀ ਕਿ ਫੜੀ ਗਈ ਸੀ? ਇੱਦਾਂ ਦੀਆਂ ਕੋਈ ਵੀ ਘਟਨਾਵਾਂ ਜਿਹੜੀਆਂ ਵੱਡੀਆਂ ਉਹ ਇੱਦਾਂ ਨਹੀਂ ਸੀ ਵਾਪਰੀਆਂ। ਇੱਕਾ ਦੁੱਕਾ ਕਹਿ ਵੀ ਸਕਦੇ ਆ ਵਾਪਰੀਆਂ ਵੀ ਆ ਘਟਨਾਵਾਂ, ਕੁਝ ਡਰੋਨ ਆਏ ਵੀ ਆ, ਇੱਧਰ ਸ਼ੱਕੀ ਡਰੋਨ ਦੇਖੇ ਗਏ, ਇੱਦਾਂ ਦੀਆਂ ਚਰਚਾਵਾਂ, ਜਾਂ ਕਹਿ ਲਓ ਕਿ ਉਹ ਇੱਕ ਤਰੀਕੇ ਦਾ ਭੁਲੇਖਾ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਾਂ ਉਹਦੇ ਵਿੱਚ ਕਿਤੇ ਹਕੀਕਤ ਵੀ ਹੋ ਸਕਦੀ। ਪਰ ਬਾਰਡਰ ਦੇ ਉੱਤੇ ਸਿਕਿਉਰਿਟੀ ਸਟਰੈਂਥਨ ਕਰਨਾ, ਮਜ਼ਬੂਤ ਕਰਨ ਦਾ ਮਤਲਬ ਇਹ ਥੋੜ੍ਹੀ ਹੁੰਦਾ ਕਿ ਤੁਸੀਂ ਆਪਣੇ ਅੰਦਰ ਇੱਧਰਲੇ ਪਾਸੇ ਨੂੰ ਅਧਿਕਾਰ ਖੇਤਰ ਦੇ ਵਿੱਚ ਸਾਰੀਆਂ ਚੀਜ਼ਾਂ ਲੈ ਲਓ ਤਾਂ ਖਤਮ ਹੋ ਜਾਣੀਆਂ। ਹੁਣ ਜਦੋਂ ਆਪਾਂ ਦੇਖਦੇ ਹਾਂ ਕਿ ਕੁਲਤਾਰ ਸੰਧਵਾ ਹੋਰਾਂ ਦਾ ਬਿਆਨ ਆਉਂਦਾ ਆ, ਉਹ ਕਹਿੰਦੇ ਜੇ 15 ਕਿਲੋਮੀਟਰ ਦੇ ਦਾਇਰੇ ਦੇ ਵਿੱਚ BSF ਜਿਹੜੀ ਆ ਉਹ ਨਸ਼ੇ ਦੀ ਤਸਕਰੀ ਨਹੀਂ ਰੋਕ ਸਕੀ, ਹਥਿਆਰਾਂ ਦੀ ਸਪਲਾਈ ਨਹੀਂ ਰੋਕ ਸਕੀ, 50 ਕਿਲੋਮੀਟਰ 'ਚ ਕਿਵੇਂ ਰੋਕ ਲੈ ਗਈ? ਤੇ ਫਿਰ ਇਹ ਤਾਂ ਇਸ਼ਾਰਾ ਇਸੇ ਪਾਸੇ ਵੱਲ ਨੂੰ ਜਾਂਦਾ ਕਿ ਮਕਸਦ ਮਨਸੂਬੇ ਜਿਹੜੇ ਆ ਉਹ ਸਾਰਾ ਕੁਝ ਸਿਕਿਉਰਿਟੀ ਨੂੰ ਟਾਈਟ ਕਰਨ ਲਈ ਨਹੀਂ ਆ, ਮਨਸੂਬੇ ਕੁਝ ਹੋਰ ਨੇ। ਕਿਉਂਕਿ 3 ਸੂਬਿਆਂ ਦੇ ਵਿੱਚ ਜਿਹੜੀ ਉਹ ਵਧਾਈ ਗਈ ਆ ਹੱਦ, ਇੱਕ ਅਸਾਮ ਆ, ਪੱਛਮੀ ਬੰਗਾਲ ਆ ਤੇ ਪੰਜਾਬ ਆ। ਅਸਾਮ ਦੇ ਵਿੱਚ ਤਾਂ ਸੱਤਾ ਹੈਗੀ ਭਾਰਤੀ ਜਨਤਾ ਪਾਰਟੀ ਦੀ, ਪਰ ਪੱਛਮੀ ਬੰਗਾਲ ਤੇ ਪੰਜਾਬ ਇਹੋ ਜਿਹੇ ਸੂਬੇ ਆ ਜਿੱਥੇ ਭਾਜਪਾ ਆਪਣੇ ਦਮ ਤੇ ਸੱਤਾ ਦੇ ਵਿੱਚ ਅਜੇ ਤਾਂ ਆਉਂਦੀ ਨਜ਼ਰ ਨਹੀਂ ਆ ਰਹੀ। ਕਿ ਉਸ ਪਾਸੇ ਵੱਲ ਨੂੰ ਇਹਦਾ ਮੰਨ ਲਿਆ ਜਾਵੇ ਕਿ ਜੇ ਉੱਦਾਂ ਨਹੀਂ ਤਾਂ ਫਿਰ ਚਲੋ ਇਸ ਤਰੀਕੇ ਨਾਲ ਜਿਹੜਾ ਉਹ ਕਾਬੂ ਦੇ ਵਿੱਚ ਕੀਤਾ ਜਾ ਸਕਦਾ, ਔਰ ਦੋਨੋਂ ਹੀ ਸੂਬੇ ਬਾਗੀ ਰੌਂਦੇ ਨੇ। ਨਹੀਂ, ਉਹ ਇੱਕ ਸਟੈਪ ਉਹ ਮੰਨ ਆਪਾਂ ਸਕਦੇ ਹਾਂ ਵੀ ਉਹ ਚਾਹੁੰਦੇ ਆ ਵੀ ਇਹਨੂੰ ਅਸੀਂ ਕੰਟਰੋਲ ਕਰੀਏ। ਪੂਰਾ ਇੰਨੀ ਤਾਣ ਪੱਛਮੀ ਬੰਗਾਲ ਵਿੱਚ ਲਾਇਆ ਹੋਇਆ ਸੀਗਾ। ਪੰਜਾਬ ਦੇ ਵਿੱਚ ਵੀ ਜਦੋਂ ਅਕਾਲੀ ਦਲ ਨੂੰ ਵੱਖ ਹੋ ਗਿਆ ਤੇ ਇਹ
ਆਪਣੇ ਤੌਰ ਦੇ ਉੱਤੇ ਦਾਅਵਾ ਵੱਡਾ ਕਰ ਰਹੇ ਸੀ ਵੀ 117 ਦੇ ਉੱਤੇ ਅਸੀਂ ਚੋਣ ਲੜਾਂਗੇ। ਹੁਣ ਗੱਲ ਇਹ ਹੈਗੀ ਆ ਵੀ ਇਹ ਇਕੱਲਾ ਇਹਨਾਂ ਦੋ ਸੂਬਿਆਂ ਕਰਕੇ ਨਹੀਂ ਹੈਗਾ। ਇਹ ਜਦੋਂ ਦੀ 2014 ਤੋਂ ਸਰਕਾਰ ਹੋਂਦ ਵਿੱਚ ਆਈ ਆ, ਮੋਦੀ ਸਰਕਾਰ, ਬੀਜੇਪੀ ਦੀ ਸਰਕਾਰ ਨਹੀਂ, ਮੋਦੀ ਸਰਕਾਰ, ਉਹ ਹਿੰਦੂਤਵ ਦੇ ਏਜੰਡੇ ਨੂੰ ਲੈ ਕੇ ਅੱਗੇ ਵਧ ਰਹੀ ਹੈ। ਤੇ ਹਰ ਗੱਲ 'ਚ ਤੁਸੀਂ ਦੇਖੋ ਵੀ ਉਹ ਇੱਕ ਦੇਸ਼ ਦਾ ਨਾਅਰਾ ਲਾ ਰਹੀ ਆ, ਇੱਕ ਦੇਸ਼ ਇੱਕ ਬੋਲੀ, ਇੱਕ ਦੇਸ਼ ਇੱਕ ਰਾਸ਼ਨ ਕਾਰਡ, GST ਤੇ ਹੋਰ ਕਿੰਨੀਆਂ ਗੱਲਾਂ ਜਿਹੜੀਆਂ ਸੀ ਉਹਦੇ ਤਹਿਤ ਹੀ ਜਿਹੜੀ ਆ ਧਾਰਾ 370 ਤੋੜੀ ਗਈ ਵੀ ਇੱਕ ਦੇਸ਼ ਤੇ ਇੱਕ ਕਾਨੂੰਨ ਹੋਣਾ ਚਾਹੀਦਾ। ਇਹ ਸਾਰਾ ਕੁਝ ਉਧਰ ਨੂੰ ਵਧ ਰਿਹਾ ਸੀ। ਤੇ ਤੁਸੀਂ ਦੇਖਿਆ ਹੋਣਾ ਵੀ ਪਿੱਛੇ ਜੇ ਇਹਨਾਂ ਨੇ ਉਹ ਗੱਲ ਵੀ ਸਾਹਮਣੇ ਆਈ ਸੀ ਵੀ ਜਿਹੜਾ ਪੰਜਾਬ ਦਾ ਗੁਰਦਾਸਪੁਰ ਜ਼ਿਲ੍ਹਾ ਹੈਗਾ ਉਹਨੂੰ ਪੰਜਾਬ ਨਾਲੋਂ ਵੱਖ ਕਰਕੇ ਜਿਹੜਾ ਜੰਮੂ ਕਸ਼ਮੀਰ ਦੇ ਉਹਦੇ ਨਾਲ ਰਲਾਤਾ ਜਾਵੇ। ਹੁਣ ਜਿਹੜੀਆਂ ਅੰਦਰਲੀਆਂ ਗੱਲਾਂ ਆ, ਜਿਹੜੀ ਗੱਲ ਅਜੇ ਹੋ ਸਕਦਾ ਕੁਝ ਲੋਕਾਂ ਨੂੰ ਪਤਾ ਵੀ, ਪਰ ਉਹ ਅਜੇ ਲੁਕਵੀਂ ਜਿਹੜੀ ਗੱਲ ਹੈਗੀ ਆ ਵੀ ਜਿੰਨੇ ਬਾਰਡਰ ਦੇ ਪੰਜਾਬ ਦੇ ਵਿੱਚ ਜ਼ਿਲ੍ਹੇ ਆ, ਜਿੰਨਾ ਸਰਹੱਦੀ ਜ਼ਿਲ੍ਹੇ ਇਲਾਕਾ ਹੈਗਾ, ਉੱਥੇ ਸਭ ਤੋਂ ਵੱਧ ਜੇ ਲੁਕਵੀਂ ਸਰਗਰਮੀ ਹੈਗੀ ਆ ਤਾਂ ਉਹ RSS ਦੀ ਹੈਗੀ। ਉਹਨਾਂ ਦੇ ਸਕੂਲ, ਉਹਨਾਂ ਦੀਆਂ ਉੱਥੇ ਹੋਰ ਸੇਵਾਵਾਂ, ਉਹਨਾਂ ਦੀਆਂ ਸ਼ਿਖਾਵਾਂ ਸਭ ਤੋਂ ਵੱਧ ਉਹ ਬਾਰਡਰ ਦੇ ਏਰੀਏ 'ਚ ਲੱਗ ਰਹੀਆਂ। ਉਹਦੇ ਪਿੱਛੇ ਮਕਸਦ ਕੀ ਆ, ਕਾਰਨ ਕੀ ਆ, ਉਹ ਇੱਕ ਕੀ ਵੱਡੀ ਇੱਕ ਕੋਈ ਪਲੈਨਿੰਗ ਕਰਕੇ ਬੈਠੇ ਆ ਜਾਂ ਉਹ ਕਿਉਂ ਹੈਗਾ? ਇਹ ਇੱਕ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਵੱਡਾ ਸਵਾਲ ਹੈਗਾ ਕਿ ਜਿਹੜੀ RSS ਹੈਗੀ ਆ ਉਹਨਾਂ ਨੇ ਇਹ ਤਾਂ ਕਿਹਾ ਹੋਇਆ ਸੀ ਵੀ ਪਿੰਡਾਂ ਵੱਲ ਚਲੋ ਗਾਉਂ ਕੀ ਔਰ, ਇੱਕ ਵਾਰੀ ਉਹਨੂੰ ਨਾਅਰਾ ਦਿੱਤਾ ਸੀ, ਪਰ ਉਹਨਾਂ ਦੀ ਸਰਗਰਮੀ ਬਜਾਏ ਜਿਹੜੇ ਅੰਦਰਲੇ ਪੰਜਾਬ, ਅੰਦਰੂਨੀ ਪੰਜਾਬ, ਉਹ 'ਚ ਘੱਟ ਤੇ ਬਾਰਡਰ ਦੇ ਏਰੀਏ 'ਚ ਜਿਹੜੀ ਆ ਦੇਖਣ ਨੂੰ ਉਹ ਜ਼ਿਆਦਾ ਮਿਲੀ ਸੀ। ਮੈਨੂੰ ਇਹ ਲੱਗ ਰਿਹਾ ਹੈਗਾ ਵੀ ਜਿਹੜਾ ਸਟੈਪ ਬਾਈ ਸਟੈਪ ਇਹ ਕਦਮ ਚੱਕੇ ਜਾ ਰਹੇ ਹੈਗੇ ਆ ਉਹ ਉਸੇ ਨੀਤੀ ਦਾ ਹਿੱਸਾ ਹਨ ਵੀ ਜਿਹੜੀ ਹੁਣ ਇਹ ਮੋਦੀ ਸਰਕਾਰ ਉਹਨੂੰ ਇੰਪਲੀਮੈਂਟ ਕਰਨ ਜਾ ਰਹੀ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ तमाम ਸ਼ਕਤੀਆਂ ਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਘੀ ਢਾਂਚੇ ਦੇ ਵਿੱਚ ਜਿਹੜੇ ਹੱਕ ਰਾਜਾਂ ਦੇ ਸੀ ਉਹ ਸਾਰੇ ਇੱਕ ਇੱਕ ਕਰਕੇ ਹੱਕ ਜਿਹੜੇ ਆ ਉਹ ਕੇਂਦਰ ਆਪਣੇ ਕੋਲ ਲਿਆਉਣਾ ਚਾਹੁੰਦਾ ਹੈ। ਜੀ ਬਿਲਕੁਲ ਇੱਦਾਂ ਹੀ ਆ। ਤੁਸੀਂ ਦੇਖੋ ਵੀ ਹੁਣ ਇੱਥੇ ਦੀਆਂ ਜਸਵੀਰ ਜੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਦੀਆਂ, ਉਹਨਾਂ ਦਾ ਵੀ ਵਿਵਹਾਰ ਜਿਹੜਾ ਆ ਉਹ ਬੜਾ ਅਜੀਬੋ-ਗਰੀਬ ਜਿਹਾ ਹੈਗਾ ਵੀ ਜਦੋਂ ਤਾਂ ਧਾਰਾ 370 ਤੋੜੀ ਜਾਂਦੀ ਹੈ ਉਦੋਂ ਸ਼੍ਰੋਮਣੀ ਅਕਾਲੀ ਦਲ BJP ਦੇ ਹੱਕ ਦੇ ਵਿੱਚ ਵੋਟ ਪਾਉਂਦਾ ਹੈਗਾ, ਜਦ ਕਿ ਉਹ ਆਪਣੇ ਆਪ ਨੂੰ ਉਲੰਬਰਦਾਰ ਕਹਾਉਂਦਾ ਸੀ ਵੀ ਸੰਘੀ ਢਾਂਚੇ ਦਾ ਉਹ ਵਧੇਰੇ ਹੱਕਾਂ ਲਈ ਉਹਨੇ ਮੋਰਚੇ ਵੀ ਲਾਏ ਆ। ਅਕਾਲੀ ਦਲ ਲੜਿਆ, ਜਾਣੀ ਕਿ ਉਹਦੇ ਲਈ ਲੰਬੀ ਲੜਾਈ ਲੜਨ ਦਾ ਜੇ ਇਤਿਹਾਸ ਆ, ਜੇ ਉਹਨਾਂ ਦੇ ਨਾਂ 'ਤੇ ਗੱਲ ਹੈਗੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਆ ਦੇਸ਼ ਵਿੱਚੋਂ ਜਿਹਨੇ ਸਭ ਤੋਂ ਪਹਿਲਾਂ ਤੇ ਲੰਬੀ ਲੜਾਈ ਲੜੀ ਆ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਲਈ। ਪਰ ਧਾਰਾ 370 ਜਦੋਂ ਤੋੜੀ ਆ ਉਦੋਂ ਹੱਕ 'ਚ ਭੁਗਤੇ। ਇੱਦਾਂ ਹੀ ਆਮ ਆਦਮੀ ਪਾਰਟੀ ਆ, ਉਹ ਹੱਕ 'ਚ ਭੁਗਤੀ। ਬਸਪਾ ਵੀ, ਬਹੁਜਨ ਸਮਾਜ ਪਾਰਟੀ ਨੇ ਵੀ ਉੱਥੇ BJP ਦਾ ਜਿਹੜਾ ਸਮਰਥਨ ਕੀਤਾ ਜੀ। ਹੁਣ ਦੇਖੋ ਜਦੋਂ ਤਾਂ ਉਹ ਵੀ ਸੰਘੀ ਢਾਂਚੇ 'ਤੇ ਹਮਲਾ ਸੀ, ਉਹ ਇੱਕ ਸਟੈਪ ਇੱਦਾਂ ਦਾ ਸੀ ਜਦੋਂ ਇਹ ਨਹੀਂ ਵੀ ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਫਿਰ ਹੀ ਅਸੀਂ ਬੋਲਣਾ ਹੁੰਦਾ। ਰਾਜਨੀਤਿਕ ਲੀਡਰਾਂ ਨੇ ਉਹ ਸਾਰੀ ਸਰਕਾਰ ਦੀ ਜਿਹੜੀ ਬਿਹਾਈਂਡ ਦੀ ਪਿਕਚਰ ਹੁੰਦੀ ਆ ਉਸ ਨੀਤੀ ਨੂੰ ਵੀ ਸਮਝਣਾ ਹੁੰਦਾ ਵੀ ਇਹ ਜੇ ਇੱਕ ਸਟੈਪ ਚੱਕਿਆ ਗਿਆ, ਜੇ ਧਾਰਾ 370 ਤੋੜੀ ਗਈ ਆ, ਇਦੋਂ ਬਾਅਦ ਕੀ ਹੋਣਾ, ਇਦੋਂ ਅਗਲਾ ਸਟੈਪ ਕੀ ਚੱਕ ਸਕਦਾ। ਹੁਣ ਤੁਸੀਂ ਦੇਖੋ ਜਦੋਂ ਇਹ 50 ਕਿਲੋਮੀਟਰ ਤੱਕ ਦਾ ਇੰਪਲੀਮੈਂਟ ਹੋ ਗਿਆ ਪੰਜਾਬ ਦੇ ਵਿੱਚ, ਇਹਦਾ ਮਤਲਬ ਅੱਧਾ ਪੰਜਾਬ ਤੁਹਾਡੇ ਕੰਟਰੋਲ 'ਚ ਆ ਗਿਆ। ਤੁਹਾਡੇ ਕੋਲ ਉਹਨਾਂ ਕੋਲ ਲੋਕ ਸਭਾ ਦੇ ਵਿੱਚ ਤਾਕਤਾਂ ਹੈਗੀਆਂ। ਤੁਸੀਂ ਦੇਖੋ ਵੀ ਇੱਥੇ ਡੈਮੋਕ੍ਰੇਸੀ ਦਾ ਗਲਾ ਕਿੱਦਾਂ ਘੁੱਟਿਆ ਜਾਂਦਾ ਵੀ ਜਦੋਂ ਐਡਾ ਸੈਂਸਿਟਿਵ ਮਾਮਲਾ ਹੈਗਾ, ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੈਗਾ ਮਾਮਲਾ, ਤੁਸੀਂ ਸਾਰੇ ਦੇਸ਼ ਦੇ ਮੈਂਬਰ ਪਾਰਲੀਮੈਂਟਾਂ ਨਾਲ ਕਿਉਂ ਨਹੀਂ ਗੱਲ ਕਰਦੇ ਹੋ? ਕਿਉਂ ਨਹੀਂ ਪਾਰਲੀਮੈਂਟ ਦੇ ਵਿੱਚ ਗੱਲ ਕਰਦੇ ਵੀ ਆਹ ਸਿਚੁਏਸ਼ਨ ਦੇਸ਼ ਦੀ ਬਾਰਡਰ ਦੀ ਬਣੀ ਹੋਈ ਆ, ਆਹ ਅਸੀਂ ਫੈਸਲਾ ਲੈਣ ਜਾ ਰਹੇ ਹਾਂ, ਇਹਦੀ ਆਹ ਲੋੜ ਪੈ ਗਈ। ਇੱਕ
ਨਾਲੇ ਪਾਰਲੀਮੈਂਟਰੀ ਕਮੇਟੀ ਵੀ ਹੁੰਦੀ ਹੈ ਨਾ, ਤੁਸੀਂ ਸਾਰੇ ਮੈਂਬਰਾਂ ਨਹੀਂ ਕਰਨੀ ਗੱਲ, ਇੱਕ ਕਮੇਟੀਆਂ ਵੀ ਵੱਖਰੀਆਂ ਬਣੀਆਂ ਹੋਈਆਂ, ਉਹਨਾਂ ਕਮੇਟੀਆਂ ਦੇ ਵਿੱਚ ਇਹ ਮੁੱਦਾ ਰੱਖਿਆ ਜਾ ਸਕਦਾ, ਉੱਥੇ ਫੈਸਲਾ ਜਿਹੜਾ ਲਿਆ ਜਾ ਸਕਦਾ। ਪਰ ਕੁੱਲ ਮਿਲਾ ਕੇ ਕਹਿ ਲਿਆ ਜਾਵੇ, ਤੁਸੀਂ ਕਹਿੰਦੇ ਕਿ 370 ਵਾਰੀ ਵੀ ਨਹੀਂ ਕੀਤਾ, ਉਹ ਕਹਿੰਦੇ ਹੁੰਦੇ ਕਿ ਤੇਰੇ ਕਲੇਜੇ ਲੱਗੀ ਜੇਕਰ ਛੁਰੀ ਨਹੀਂ, ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ, ਮਤਲਬ ਇਹ ਛੁਰੀ ਹੁਣ ਇੱਧਰਲੇ ਪਾਸੇ ਵੀ ਆ ਗਈ ਹੈ। ਬਾਵਜੂਦ ਇਹਦੇ ਜਦੋਂ ਅਸੀਂ ਦੇਖਦੇ ਹਾਂ ਕਿ ਸਾਰੀਆਂ ਸਿਆਸੀ ਪਾਰਟੀਆਂ, ਭਾਵੇਂ ਉਹਨਾਂ ਦੀ ਪੋਲਿਟਿਕਸ ਕਿਸੇ ਵੀ ਤਰੀਕੇ ਦੀ ਹੈ, ਚਾਹੇ ਉਹ ਇਸ ਸਮੇਂ ਵੀ ਪੋਲਿਟਿਕਸ ਕਰ ਰਹੀਆਂ ਹੋਣ, ਉਹ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਨੇ। ਪਰ ਕੈਪਟਨ ਅਮਰਿੰਦਰ ਸਿੰਘ ਇੱਕ ਇਕਲੌਤੇ ਇਹੋ ਜਿਹਾ ਲੀਡਰ ਨੇ ਜਿਹੜੇ ਇਸ ਵੇਲੇ ਇਹ ਕਹਿ ਰਹੇ ਆ ਕਿ ਨਹੀਂ, ਚੰਗਾ ਹੋਇਆ, ਇਹਦੇ ਨਾਲ ਮਜ਼ਬੂਤੀ ਹੋਰ ਜ਼ਿਆਦਾ ਮਿਲੇਗੀ, ਸੁਰੱਖਿਅਤ ਹੋਰ ਜ਼ਿਆਦਾ ਹੋਵਾਂਗੇ। ਇੱਦਾਂ ਦਾ ਟਵੀਟ ਉਹਨਾਂ ਦਾ ਨਿਕਲ ਕੇ ਆਉਂਦਾ। ਕੈਪਟਨ ਅਮਰਿੰਦਰ ਸਿੰਘ ਨੂੰ ਕਿਹੜੀ ਖਾਸ ਗੱਲ ਨਜ਼ਰ ਆਉਂਦੀ ਹੈ ਇਸ ਫੈਸਲੇ ਦੇ ਵਿੱਚ ਜਿਹੜੀ ਚੰਗੀ ਹੈ? ਜਸਵੀਰ ਜੀ, ਜਿਹੜੇ ਪੋਲੀਟੀਕਲ ਲੀਡਰ ਹੁੰਦੇ ਆ ਜੀ, ਇਹਨਾਂ ਦਾ ਕੋਈ ਦੀਨ ਅਮਾਨ ਰਿਹਾ ਹੀ ਨਹੀਂ। ਤੁਸੀਂ ਮਾਰਚ 2016 ਦਾ ਬਿਆਨ ਅੱਜ ਵੀ ਤੁਸੀਂ ਕੱਢ ਕੇ ਦੇਖ ਲਓ ਗੂਗਲ ਤੋਂ, ਕਿ ਕੈਪਟਨ ਅਮਰਿੰਦਰ ਸਿੰਘ ਉਦੋਂ ਕੀ ਸਟੈਂਡ ਲੈ ਰਿਹਾ BSF ਦੇ ਬਾਰੇ 'ਚ ਤੇ ਪਾਕਿਸਤਾਨ ਦੇ ਰੇਂਜਰਾਂ ਬਾਰੇ 'ਚ। ਉਹ ਦੋਸ਼ ਲਾਇਆ ਉਹਨਾਂ ਨੇ ਜਦੋਂ ਰਾਹੁਲ ਗਾਂਧੀ ਪੰਜਾਬ ਦੇ ਦੌਰੇ 'ਤੇ ਸੀ ਤੇ ਨਸ਼ਿਆਂ ਦਾ ਮੁੱਦਾ ਪੰਜਾਬ ਦੇ ਵਿੱਚ ਭਖਿਆ ਪਿਆ ਸੀ। 2016 ਦੀ ਗੱਲ ਕਰਦਾ ਮੈਂ, ਮਾਰਚ 2016 ਦੀ। ਉਦੋਂ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਆ, ਕੇਂਦਰ ਦੇ ਵਿੱਚ ਮੋਦੀ ਦੀ ਸਰਕਾਰ ਆ, ਤੇ ਇਹ ਗੱਲ ਕਹਿ ਰਹੇ ਆ ਵੀ ਜਿਹੜਾ ਪਾਕਿਸਤਾਨ ਦੇ ਵਿੱਚੋਂ ਨਸ਼ਾ ਆ ਰਿਹਾ, ਉਹ ਨਸ਼ੇ ਨੂੰ ਪੰਜਾਬ 'ਚ ਭੇਜਣ ਦੇ ਲਈ ਜਾਂ ਰਾਹ ਸੁਖਾਵਾਂ ਦੇਣ ਲਈ ਵੀ ਲੰਘ ਜਾਓ ਜਾਂ ਲੈ ਜਾਓ ਖੇਪ, ਵੀ ਪਾਕਿਸਤਾਨ ਦੇ ਰੇਂਜਰ ਤੇ BSF ਇਹ ਰਲੇ ਹੋਏ ਆ। ਇਹ ਤੁਸੀਂ ਦੇਖੋ ਵੀ ਐਡਾ ਵੱਡਾ ਜਿਹੜਾ ਦੋਸ਼ ਉਦੋਂ ਲਾਇਆ ਉਹਨਾਂ ਨੇ 2016 'ਚ। ਫਿਰ ਜਦੋਂ ਤੁਸੀਂ ਮੁੱਖ ਮੰਤਰੀ ਬਣ ਜਾਂਦੇ ਆ 17 'ਚ, ਫਿਰ ਤੁਹਾਡੇ ਕੋਲ ਤਾਕਤ ਆ ਗਈ, ਫਿਰ ਤੁਸੀਂ ਗੁਣ ਗਾਉਣ ਲੱਗ ਪੈਂਦੇ ਆ ਫਿਰ ਕੇਂਦਰ ਦੇ। ਫਿਰ ਕਿਹੜੀ ਘੰਡੀ, ਕਿਹੜੀ ਨਾੜ ਕੇਂਦਰ ਨੇ ਇਹਨਾਂ ਦੀ ਫੜ ਲਈ ਹੋਈ ਆ, ਤੇ ਜਦੋਂ ਉਹ ਮਰੋੜਦੇ ਆ ਬੋਲੀ ਉਹ ਕੇਂਦਰ ਦੀ ਬੋਲਦੇ ਆ। ਇਹ ਇੱਕ ਸਮਝਣ ਵਾਲੀ ਗੱਲ ਆ। ਪੰਜਾਬ ਦੇ ਲੋਕਾਂ ਨੂੰ ਉਹ ਦੇਖਣਾ ਚਾਹੀਦਾ ਵੀ ਕੈਪਟਨ ਆਪਣੇ ਜ਼ਬਾਨ ਤੋਂ ਫਿਰਿਆ ਕਿਉਂ ਆ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਸ਼ਖਸੀਅਤ ਇੱਦਾਂ ਦੀ ਮੰਨੀ ਜਾਂਦੀ ਸੀ ਵੀ ਜਦੋਂ 84 ਤੇ ਹਮਲਾ ਹੁੰਦਾ ਦਰਬਾਰ ਸਾਹਿਬ ਤੇ, ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੁੰਦਾ, ਸਾਕਾ ਨੀਲਾ ਤਾਰਾ ਵਾਪਰਦਾ, ਏਡੀ ਵੱਡੀ ਦੁਖਦਾਈ ਘਟਨਾ ਵਾਪਰਦੀ ਆ, ਹਿਰਦੇ ਬਲੂੰਦਰੇ ਜਾਂਦੇ ਆ ਸਿੱਖ ਕੌਮ ਦੇ। ਤੇ ਉਦੋਂ ਕਾਂਗਰਸ ਵਿੱਚ ਰਹਿੰਦਿਆਂ ਹੋਇਆ ਇਹਨਾਂ ਨੇ ਅਸਤੀਫਾ ਦਿੱਤਾ ਸੀ ਮੈਂਬਰ ਪਾਰਲੀਮੈਂਟ ਤੋਂ, ਤੇ ਲੋਕਾਂ ਨੇ, ਸਿੱਖਾਂ ਨੇ ਇਹਨਾਂ ਨੂੰ ਸਿਰਖਾਂ ਤੇ ਬਿਠਾ ਲਿਆ ਸੀ ਬਈ ਕਾਂਗਰਸ ਵਿੱਚ ਰਹਿੰਦਿਆਂ ਹੋਇਆ ਜਿਹੜਾ ਆਪਣੇ ਧਰਮ ਦੀ ਗੱਲ, ਆਪਣੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ, ਇਹਨੂੰ ਬੜਾ ਮਾਣ ਸਤਿਕਾਰ ਉਹਨੂੰ ਦਿੱਤਾ ਜਾਣਗੇ। ਉਦੋਂ ਬਾਅਦ ਉਸੇ ਕਾਂਗਰਸ ਵਿੱਚ ਕੁਝ ਸਮਾਂ ਰਹਿ ਕੇ ਤੇ ਅਕਾਲੀ ਦਲ ਦੇ ਵਿੱਚ, ਤੇ ਫਿਰ ਕਾਂਗਰਸ ਵਿੱਚ ਚਲ ਜਾਂਦੇ ਆ, ਫਿਰ ਪ੍ਰਧਾਨ ਬਣ ਜਾਂਦੇ, ਫਿਰ ਮੁੱਖ ਮੰਤਰੀ ਬਣ ਜਾਂਦੇ ਆ। ਪਰ ਹੁਣ ਜਦੋਂ ਦੂਜੀ ਵਾਰੀ ਮੁੱਖ ਮੰਤਰੀ ਬਣੇ ਆ 2016 ਦੀ, ਜਿਹੜੀ ਮੈਂ ਤੈਨੂੰ ਗੱਲ ਦੱਸਦਾ, ਵੀ ਉਦੋਂ ਬੜਾ ਤਿੱਖਾ ਬਿਆਨ ਇਹਨਾਂ ਨੇ ਦਿੱਤਾ ਉਹਦੇ ਬਾਰੇ ਵੀ BSF ਦੇ ਵਿੱਚ ਆਪਣੇ ਬਾਰਡਰ ਦੇ ਉੱਤੇ BSF ਵਾਲੇ ਤੇ ਪਾਕਿਸਤਾਨ ਵਾਲੇ ਰੇਂਜਰ ਰਲੇ ਹੋਏ ਆ, ਜਿਹੜਾ ਸਾਰਾ ਕੁਝ ਕਰਦੇ ਆ। ਇੱਦਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ, ਇਹਨਾਂ ਨੇ ਜਦੋਂ ਨਸ਼ਿਆਂ ਦਾ ਬਹੁਤ ਵੱਡਾ ਜਾਣੀ ਕਿ ਇਹਨਾਂ ਨੂੰ ਜਾਣੀ ਕਿ ਮੁੱਦਾ ਉੱਭਰਿਆ ਹੋਇਆ ਸੀ, ਤੇ 2014 ਦੇ ਵਿੱਚ 4 ਸੀਟਾਂ ਆਮ ਆਦਮੀ ਪਾਰਟੀ ਲੈ ਗਈ, ਜਿਨ੍ਹਾਂ ਦਾ ਵਜੂਦ ਕੋਈ ਨਹੀਂ ਸੀਗਾ। ਉਹ ਇਹਨਾਂ ਨੂੰ ਬੜਾ ਧੱਕਾ ਲੱਗਾ, ਉਦੋਂ ਵੀ ਮੁੱਦਾ ਭਖਿਆ। ਉਦੋਂ ਤੁਸੀਂ ਦੇਖੋ ਗ੍ਰਹਿ ਮੰਤਰੀ ਪੰਜਾਬ ਦਾ ਸੁਖਬੀਰ ਸਿੰਘ ਬਾਦਲ ਸੀ, ਉਪ ਮੁੱਖ ਮੰਤਰੀ ਸੀ। ਇਹਨਾਂ ਨੇ BSF ਦੇ ਵਿਰੁੱਧ ਇੱਕ ਸਰਕਾਰ ਜਾਣੀ ਕਿ BSF ਦੇ ਵਿਰੁੱਧ ਉਹਨਾਂ ਨੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ, ਜਿਸ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਜਾਣਾ ਸੀ। ਪਰ ਉਦੋਂ ਨੈਸ਼ਨਲ ਚੈਨਲਾਂ ਦੇ ਉੱਤੇ ਇੱਦਾਂ ਦਾ ਚੱਲ ਗਿਆ ਵੀ ਇੱਕ ਮੁੱਖ ਮੰਤਰੀ ਜਿਹੜਾ ਉਹ ਕੇਂਦਰ ਸਰਕਾਰ ਦੇ ਵਿਰੁੱਧ ਜਾਣੀ ਕਿ ਭੁਗਤੇਗਾ। ਹਾਂ, ਜੋ ਉਹ ਫਿਰ ਥੋੜ੍ਹਾ ਜਿਹਾ ਝਿਜਕ ਗਿਆ ਜਾਂ ਡਰ ਗਏ ਜਾਂ ਉਹਨਾਂ ਨੇ ਆਪਣੀ ਰਣਨੀਤੀ ਬਣਾ ਲਈ, ਉਹ ਉਹਨਾਂ ਧਰਨਿਆਂ 'ਚ ਸ਼ਾਮਲ ਨਹੀਂ ਹੋਏ। ਪਹਿਲਾਂ ਤਾਂ ਬਾਰਡਰ ਦੇ ਉੱਤੇ ਜਾ ਕੇ ਲਾਉਣਾ ਸੀ ਧਰਨਾ, ਫਿਰ ਉਹਨਾਂ ਨੇ ਰੈਲੀ ਰੱਖ ਲਈ ਅੰਮ੍ਰਿਤਸਰ ਤੇ 1-2 ਥਾਵਾਂ ਤੇ ਹੋਰ ਕੀਤੀ ਰੈਲੀ, ਮੁੜ ਕੇ ਬਾਅਦ 'ਚ ਪੋਸਟਪੋਨ ਵੀ ਉਹਨਾਂ ਨੂੰ ਜਾਂ ਉਹ ਰੱਦ ਹੀ ਕਰਨਾ ਪਿਆ। ਪਰ ਇਹ ਗੱਲ ਦਾ ਦੋਸ਼ ਉਦੋਂ ਸੁਖਬੀਰ ਸਿੰਘ ਬਾਦਲ ਨੇ ਲਾਇਆ ਸੀ ਵੀ ਇਹ ਜਿਹੜੀ ਆ ਨਸ਼ੇ ਆ ਉਹ ਬਾਰਡਰ ਤੋਂ ਪਾਰੋਂ ਆਉਂਦੇ ਆ। ਉਦੋਂ ਕੇਂਦਰ ਸਰਕਾਰ ਨੇ ਕੋਈ ਇੱਦਾਂ ਦੀ ਕਾਰਵਾਈ ਨਹੀਂ ਸੀ ਕੀਤੀ। ਇੱਥੇ ਹਾਮਿਦ ਕਰਜ਼ਈ ਆਉਂਦਾ, ਅਫਗਾਨਿਸਤਾਨ ਦਾ ਰਾਸ਼ਟਰਪਤੀ ਜਿਹੜੇ ਸੀਗੇ,
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ, ਉਹ ਕਹਿੰਦੇ ਆ ਸਟੇਜ ਤੋਂ ਜਨਤਕ ਤੌਰ ਦੇ ਉੱਤੇ, ਜਦੋਂ ਦੇਸ਼ ਦਾ ਆਪਣੇ ਦਾ ਵੀ ਰਾਸ਼ਟਰਪਤੀ ਨਾਲ ਬੈਠਾ ਹੋਵੇ, ਉਹ ਬੈਠਾ ਵੀ ਕਰਜ਼ਾਈ ਸਾਹਿਬ ਜਿਹੜੇ ਤੁਹਾਡੇ ਕੋਲੋਂ ਉੱਥੋਂ ਅਫੀਮ ਆਉਂਦੀ ਆ ਉਹ ਪਾਕਿਸਤਾਨ ਆਉਂਦੀ ਆ, ਪਾਕਿਸਤਾਨ ਤੋਂ ਬਾਰਡਰ ਰਾਹੀਂ ਸਾਡੇ ਕੋਲ ਆਉਂਦੀ ਆ। ਉਹਨਾਂ ਨੇ ਵੀ ਕਿਹਾ ਤੁਹਾਡੀ ਹੀਰੋਇਨ ਸਾਡੇ ਮੁੰਡਿਆਂ ਨੂੰ ਖਰਾਬ ਕਰਦੀ ਆ। ਹਾਂਜੀ, ਬਿਲਕੁਲ ਬਿਲਕੁਲ। ਤੁਸੀਂ ਦੇਖੋ ਵੀ ਜਸਵੀਰ ਜੀ, ਵੀ ਜਿਹੜੇ ਹੁਣ ਉੱਥੇ ਤੁਸੀਂ, ਮੈਂ ਹੀ ਬਾਰਡਰ ਦੇਖਿਆ ਪੱਤਰਕਾਰੀ ਦੇ ਵਿੱਚ ਹੁੰਦਿਆਂ ਹੋਇਆਂ, ਉੱਥੇ BSF ਨੇ ਜਦੋਂ ਉਹਨਾਂ ਦਾ ਸਥਾਪਨਾ ਦਿਵਸ ਆਉਂਦਾ ਆ 1 ਦਸੰਬਰ ਨੂੰ, ਉਹ 1-2 ਦਿਨ ਵਾਸਤੇ ਲੈ ਕੇ ਜਾਂਦੇ ਆ ਜੋ ਉਹਨਾਂ ਦੀਆਂ ਕਾਰਵਾਈਆਂ। ਉਸ ਵੇਲੇ 95 'ਚ ਜਦੋਂ ਸਾਨੂੰ ਦਿਖਾਇਆ ਸੀ, ਇੰਨਾ ਸਖਤ ਫੈਂਸਿੰਗ ਆ ਉੱਥੇ, ਇੰਨੀ ਤਿੱਖੀ ਇੰਨੀ ਕਡਿਆਲੀ ਤਾਰ ਜਿਹੜੀ ਲੱਗੀ ਆ, ਉੱਥੋਂ ਜਾਣੀ ਕਿ ਚਿੜੀ ਵੀ ਫਰਕ ਨਹੀਂ ਸਕਦੀ। ਉਦੋਂ ਬਾਅਦ ਹੁਣ ਹੋਰ ਵੀ ਉਹਨੀ ਜੰਤਰ ਸੈਂਸਿਟਿਵ ਲਾ ਦਿੱਤੇ ਹੈਗੇ ਆ, ਫਿਰ ਉਹ 'ਚ ਕਰੰਟ ਛੱਡਿਆ ਜਾਂਦਾ, ਉਹ ਕਰੰਟ ਨਾਲ ਪਸ਼ੂ ਮਰ ਜਾਂਦੇ ਜੀ ਜਿਹੜੇ ਪਾਕਿਸਤਾਨ ਵਾਲੇ ਪਾਸੇ ਤੋਂ ਆਉਂਦੇ ਜੀ। ਫਿਰ ਇਹਨਾਂ ਨੇ ਇੱਕ ਹੋਰ ਸਿੰਪਲ ਸਧਾਰਨ ਤਾਰ ਲਾਤੀ ਆਪਣੇ ਉਧਰਲੇ ਪਾਸੇ ਜਾ ਕੇ, ਵੀ ਜਿਹੜੇ ਜਾਨਵਰ ਆ ਉੱਥੇ ਇੱਕ ਰੁਕ ਜਾ ਕਰਨ। ਤੁਸੀਂ ਦੇਖੋ ਵੀ ਅਸੀਂ ਉਹ ਜਿਹੜੀ ਤਾਰ ਵੀ ਲਾਈ ਹੋਈ ਆ, ਉਹ ਸਾਡੇ ਅਸੀਂ ਜ਼ੀਰੋ ਲਾਈਨ ਹੁੰਦੀ ਆ, ਵੀ ਜਿੱਥੇ ਕਿਸੇ ਵੀ ਦੇਸ਼ ਦਾ ਨਹੀਂ ਕੋਈ ਹੁੰਦਾ, ਵੀ ਸਾਂਝੀ ਇਹ ਹੁੰਦੀ ਆ, ਵੀ ਜਿੱਥੇ ਤੱਕ ਫੌਜ ਉਹ ਖੜ੍ਹਦੇ ਵੀ ਹੁੰਦੇ ਸਾਂਝੇ ਫੌਜੀ, ਅਸੀਂ ਆਪਣੇ ਹੀ ਦੇਸ਼ ਵਿੱਚ ਪਿੱਛੇ ਹਟ ਕੇ ਬਾਰਡਰ ਬਣਾਇਆ ਹੋਇਆ, ਜਿਹੜੀ ਤਾਰ ਲਾਈ ਹੋਈ ਸਮਝ ਲਓ ਵੀ ਉਹਨੂੰ ਹੀ ਬਾਰਡਰ ਮੰਨ ਲਿਆ ਹੋਇਆ। ਤੇ ਅਸੀਂ 15 ਕਿਲੋਮੀਟਰ ਦਾ ਪਹਿਲਾਂ ਰੱਖਿਆ ਹੋਇਆ ਵੀ ਆ ਸਕਦੇ ਹਾਂ, ਹੁਣ 50 ਤੱਕ ਦੇ ਆ ਗਏ। ਬਈ ਇਹ ਜਿਹੜੀ ਨਲਾਇਕੀ ਆ ਉਹ ਤਾਂ ਜਾਣੀ ਕਿ ਸਾਹਮਣੇ ਦਿਸ ਰਹੀ ਆ, ਵੀ ਸਾਡੇ ਕੋਲ ਉੱਥੋਂ ਦਾ ਮਤਲਬ ਅਸੀਂ ਫੇਲ ਹੋ ਗਏ, ਬਾਰਡਰ ਦੇ ਤੋਂ ਰੋਕਣ 'ਚ ਫੇਲ ਹੋ ਗਏ ਸੀ, ਤਾਂ ਅਸੀਂ ਇੱਧਰ ਨੂੰ ਆ ਰਹੇ। ਨਹੀਂ ਤਾਂ ਮਨਸਾ ਹੋ ਰਿਹਾ ਵੀ ਤੁਸੀਂ ਫਿਰ ਵੱਧ ਅਧਿਕਾਰ ਹੋਰ ਵੀ ਦੇ ਦਿਓਗੇ, ਜਦੋਂ ਇਹ ਸਟੈਪ ਮਨਜ਼ੂਰ ਕਰ ਲਿਆ ਪੰਜਾਬ ਦੇ ਲੋਕਾਂ ਨੇ ਵੀ ਕੋਈ ਗੱਲ ਨਹੀਂ 50 ਕਿਲੋਮੀਟਰ ਤੱਕ ਤੁਸੀਂ ਮਨਮਰਜ਼ੀ ਕਰੋ। ਸਵਾਲ ਤਾਂ ਉਹੀ ਰਹਿ ਜਾਂਦਾ, ਫਿਰ ਕੈਪਟਨ ਸਾਹਿਬ ਦੀ ਵਫਾਦਾਰੀ ਕਿਹੜੇ ਪਾਸੇ ਆ? ਉਹ ਕੇਂਦਰ ਨਾਲ ਭੁਗਤ ਰਹੇ ਆ ਜਾਂ ਇੱਧਰ ਪੰਜਾਬ ਨਾਲ ਭੁਗਤ ਰਹੇ ਆ? ਉਹ ਪੰਜਾਬ ਨਾਲ ਨਹੀਂ ਭੁਗਤ ਰਿਹਾ ਜੀ, ਪੰਜਾਬ ਨਾਲ ਭੁਗਤਣਾ ਹੁੰਦਾ ਤੇ ਉਹਨੇ ਡਟ ਕੇ ਖੜਨਾ ਸੀ। ਫਿਰ ਉਹਨਾਂ ਨੇ 2016 ਵਾਲਾ ਬਿਆਨ ਜਿਹੜਾ ਸੀ ਉਹ ਪੰਜਾਬ ਵਾਲਾ ਸੀਗਾ, ਬਈ ਜਿਹੜਾ ਇਹ ਦੇਖੋ, ਇਹ ਨਹੀਂ ਹੈਗਾ ਵੀ ਸਾਰੇ BSF ਵਾਲੇ ਆ ਦੁੱਧ ਧੋਤੇ ਆ ਜਾਂ ਸਾਰੇ ਚੋਰ ਆ, ਵਿੱਚ ਕਾਲੀਆਂ ਭੇਡਾਂ ਹੁੰਦੀਆਂ ਜਿਨ੍ਹਾਂ ਨਾਲ ਮਿਲੀ ਭੁਗਤ ਕਰਕੇ ਇੱਧਰ ਸਮਾਨ ਆਉਂਦਾ ਹੈਗਾ। ਗੱਲ ਤਾਂ ਹੈਗੀ ਉਹਨਾਂ ਦੀ ਪਛਾਣ ਕਰਨ ਦੀ, ਉਹਨਾਂ ਦੀ ਨਿਸ਼ਾਨਦੇਹੀ ਕਰਨ ਦੀ। ਜਦੋਂ ਕੈਪਟਨ ਅਮਰਿੰਦਰ ਸਿੰਘ ਉਹ ਦੋਸ਼ ਲਾ ਚੁੱਕੇ ਆ, ਉਹ ਆਪਣਾ ਕਿਰਦਾਰ ਦੱਸਦੇ, ਜਿਹੜੀ ਮੈਂ ਤੁਹਾਨੂੰ ਦੱਸੀ ਵੀ ਗੱਲ, ਵੀ ਹੁਣ ਇਹਦੇ ਕੋਲ ਘੁੰਡੀ ਇੱਦਾਂ ਦੀ ਆਈ ਹੋਈ ਆ ਆਪਣੇ ਕੇਂਦਰ ਸਰਕਾਰ ਕੋਲ ਕੈਪਟਨ ਅਮਰਿੰਦਰ ਸਿੰਘ ਦੀ, ਵੀ ਹੁਣ ਇਹ ਉਹਨਾਂ ਦੇ ਇਸ਼ਾਰਿਆਂ ਤੇ ਨੱਚਦਾ ਜਿੱਦਾਂ ਕਠਪੁਤਲੀ ਨੱਚਦੀ ਹੁੰਦੀ ਆ, ਵੀ ਆਹ ਬਾਂਹ ਚੱਕਣੀ ਇੰਨੀ ਚੱਕਣੀ ਆ। ਅੱਛਾ, ਫਿਰ ਇੱਕ ਚੀਜ਼ ਹੋਰ ਵੀ ਹੈਗੀ ਆ, ਪ੍ਰਗਟ ਸਿੰਘ ਹੋਰਾਂ ਦਾ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਕਿ ਪਹਿਲਾਂ ਵੀ ਮੀਟਿੰਗਾਂ ਕੀਤੀਆਂ, ਪਹਿਲਾਂ ਵੀ ਬੜਾ ਕੁਝ ਕੀਤਾ, ਆ ਹੁਣ ਮੀਟਿੰਗਾਂ ਕਰਕੇ ਉਹ ਕਹਿੰਦੇ BSF ਨੂੰ ਵੱਧ ਅਧਿਕਾਰ ਦਿਵਾਤੇ ਆ, ਅਜੇ ਤੱਕ ਕਹਿੰਦੇ ਮੀਟਿੰਗਾਂ ਚੱਲਦੀਆਂ ਪਈਆਂ, ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਨੂੰ ਫਿਰਦੇ ਆ ਕੈਪਟਨ ਹੋਰੀ। ਬਿਲਕੁਲ, ਜਦੋਂ ਤੁਸੀਂ ਦੇਖਿਆ ਹੋਣਾ ਵੀ ਕੈਪਟਨ ਅਮਰਿੰਦਰ ਸਿੰਘ ਸਤੰਬਰ ਦੇ ਨੇੜੇ ਮਿਲ ਕੇ ਆਉਂਦੇ ਆ, ਜਦੋਂ ਅਮਿਤ ਸ਼ਾਹ ਹੋਣਾ ਨੂੰ, ਆਪਣੇ ਪ੍ਰਧਾਨ ਮੰਤਰੀ ਹੋਣਾ ਦੇ ਨਾਲ ਵੀ ਉਹਨਾਂ ਦਾ ਮੀਟਿੰਗਾਂ ਦਾ ਸੀ ਪ੍ਰੋਗਰਾਮ, ਉਦੋਂ ਇਹ ਕਿਹਾ ਜਾਂਦਾ ਵੀ ਜਿਹੜੀ ਝੋਨੇ ਦੀ ਖਰੀਦ ਆ ਉਹਨਾਂ ਦੀ ਮੀਟਿੰਗ ਤੋਂ ਬਾਅਦ 10 ਦਿਨ ਅੱਗੇ ਪਾਤੀ ਗਈ, ਉਹਦਾ ਬਹੁਤ ਰੌਲਾ ਪਿਆ, ਫਿਰ ਸ਼ੁਰੂ ਕਰਨੀ ਪਈ ਕੇਂਦਰ ਨੂੰ। ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਹੀ ਖਾਤੇ 'ਚ ਜਾਂਦੀ ਆ। ਉਹ ਵੀ ਮੁੱਦਾ ਜਿਹੜਾ ਪ੍ਰਗਟ ਸਿੰਘ ਨੇ ਹੀ ਚੱਕਿਆ ਸੀ, ਵੀ ਉਸ ਮੁਲਾਕਾਤ ਤੋਂ ਬਾਅਦ ਹੀ ਜਿਹੜਾ ਫੈਸਲਾ ਕੀਤਾ ਲੱਗਦਾ। ਹੁਣ ਵੀ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਆਏ ਆ ਤੇ ਉਹਨਾਂ ਨੇ ਉਸ ਗੱਲ ਨੂੰ ਇਸ ਗੱਲ ਨਾਲ ਜੋੜਿਆ ਹੈਗਾ ਵੀ ਇਹ ਉਹਨਾਂ ਦੀ ਸ਼ਰਾਰਤ ਆ, ਜਿਹੜੀ ਉਹਨਾਂ ਨੇ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਜੀ ਇੱਦਾਂ ਨਾ ਕਰੋ ਪੰਜਾਬ ਨਾਲ, ਵੀ ਇਹ ਗੱਲਾਂ ਹੁਣ ਠੀਕ ਨਹੀਂ ਹੈਗੀਆਂ, ਤੁਸੀਂ ਪੰਜਾਬ ਨਾ ਖੜੋ। ਪੰਜਾਬ ਨੇ ਤੁਹਾਨੂੰ ਕਿੰਨਾ ਮਾਣ ਸਤਿਕਾਰ ਤੇ ਕਿੱਡੇ ਵੱਡੇ ਰੁਤਬੇ ਜਿਹੜੇ ਆ ਉਹ ਬਖਸ਼ੇ ਸੀ, ਇੱਕ ਤਰ੍ਹਾਂ ਨਾਲ ਪੰਜਾਬ ਨੇ ਉਹਨੂੰ ਹੁਣ ਭੁਗਤਿਆ ਆ। ਉਹ ਜਿਹੜਾ ਖਰਚਾ ਆ ਨਾ ਉਹ ਲੋਕਾਂ ਦੀਆਂ ਜੇਬਾਂ 'ਤੇ ਪਿਆ ਗਿਆ। ਫਿਰ ਵੀ ਤੁਸੀਂ ਜਿਹੜਾ ਤੁਹਾਡੀਆਂ ਆਪਣੀਆਂ ਜਿਹੜੀਆਂ ਗਲਤੀਆਂ ਉਹ ਹੁਣ ਲੋਕਾਂ ਨੂੰ ਭੁਗਤਣੀਆਂ ਪੈ ਰਹੀਆਂ। ਜਿਹੜਾ ਇੱਕ ਹੋਰ ਘੁੰਡੀ ਆ ਕੇਂਦਰ ਦੇ ਕੋਲ ਕੈਪਟਨ ਅਮਰਿੰਦਰ ਸਿੰਘ ਦੀ, ਉਹ ਜਿੱਦਣ ਇਹ ਕਿਤੇ ਵਿਗੜਿਆ ਮਾੜਾ ਮੋਟਾ ਵੀ ਲੱਗਾ ਵੀ ਇੱਧਰ ਤਿੜਫੜ ਕਰਦਾ, ਉਹ ਜਦੋਂ ਮਰਜ਼ੀ ਫੜ ਕੇ ਇਹ ਜੇਲ੍ਹ 'ਚ ਵੀ ਸੁੱਟ ਸਕਦੇ ਆ। ਇੱਦਾਂ ਦਾ ਸਮਾਨ ਉਹਨਾਂ ਕੋਲ ਪਿਆ ਆ। ਮਤਲਬ ਕੁੱਲ ਮਿਲਾ ਕੇ ਕਹਿ ਲਈਏ ਕਿ ਉਹ ਜਿੱਦਾਂ
ਕਿਸੇ ਰਾਖਸ਼ ਦੀ ਜਾਨ ਤੋਤੇ ਦੇ ਵਿੱਚ ਸੀ ਤੇ ਤੋਤੇ ਦੀ ਧੌਣ ਮਰੋੜੋ ਤਾਂ ਹੀ ਰਾਖਸ਼ ਕਾਬੂ ਆਉਂਦਾ ਸੀਗਾ। ਫਿਰ ਉਹ ਤੋਤਾ ਕੇਂਦਰ ਸਰਕਾਰ ਦੇ ਕੋਲ ਹੈਗਾ ਆ ਤੇ ਕੇਂਦਰ ਸਰਕਾਰ ਦੇ ਤੋਤੇ ਦੀ ਗੱਲ ਤਾਂ ਇੱਕ ਵਾਰੀ ਸੁਪਰੀਮ ਕੋਰਟ ਨੇ ਵੀ ਜਿਹੜੀ ਕੀਤੀ ਸੀਗੀ। ਕੁੱਲ ਮਿਲਾ ਕੇ ਦੇਖ ਲਈਏ ਹੁਣ ਇਹਦਾ ਅੱਗੇ ਨਤੀਜਾ ਕੀ ਨਿਕਲੇਗਾ। ਲੱਗਦਾ ਹੈ ਕਿ ਜਿੱਦਾਂ ਵਿਰੋਧੀ ਆਵਾਜ਼ਾਂ ਉੱਠ ਰਹੀਆਂ ਨੇ ਕੇਂਦਰ ਸਰਕਾਰ ਕੋਈ ਹੋਰ ਕਦਮ ਪੁੱਟ ਸਕਦੀ ਹੈ, ਕੁਝ ਨਰਮੀ ਆ ਸਕਦੀ, ਕੁਝ ਦਾਇਰਾ ਘਟਾਇਆ ਜਾ ਸਕਦਾ, ਜਾਂ ਇੱਕ ਵਾਰੀ ਕਹਿਤਾ ਸੋ ਕਹਿਤਾ ਜਿੱਦਾਂ ਖੇਤੀਬਾੜੀ ਕਾਨੂੰਨਾਂ ਨਾਲ ਸੰਬੰਧਿਤ ਗੱਲ ਚੱਲਦੀ ਪਈ ਹੈ। ਦੇਖੋ ਜਿਹੜੀ ਤਾਂ ਨੀਅਤ ਆ ਕੇਂਦਰ ਸਰਕਾਰ ਦੀ, ਖਾਸ ਕਰਕੇ ਮੋਦੀ ਸਰਕਾਰ ਦੀ, ਉਹ ਪਿੱਛੇ ਹਟਣ ਵਾਲੀ ਨਹੀਂ ਹੈਗੀ ਜੀ। ਪਰ ਤੁਸੀਂ ਜਦੋਂ ਤੱਕ ਅਵੇਅਰ ਕਰਕੇ ਲੋਕਾਂ ਨੂੰ, ਪਰ ਹੁਣ ਲੋਕ ਜਿਹੜੇ ਪਹਿਲਾਂ ਵੀ ਆਪਾਂ ਇਸ ਮੰਚ ਤੋਂ ਗੱਲਾਂ ਕਰਦੇ ਵੀ ਲੋਕ ਹੁਣ ਪਹਿਲਾਂ ਦੇ ਮੁਕਾਬਲੇ ਅਵੇਅਰ ਬਹੁਤ ਹੋ ਗਏ। ਉਹਨਾਂ ਨੇ ਉਹ ਅਵੇਅਰ ਜਿਹੜੀ ਕਿਸਾਨ ਅੰਦੋਲਨ ਨੇ ਲਿਆਂਦੀ ਹੈ, ਉਹਨਾਂ ਨੂੰ ਹੁਣ ਪਤਾ ਲੱਗ ਗਿਆ ਵੀ ਮੋਦੀ ਕਰਨਾ ਕੀ ਚਾਹੁੰਦਾ। ਉਹ ਸਾਡੀਆਂ ਜ਼ਮੀਨਾਂ ਖੋਹਣਾ ਚਾਹੁੰਦਾ, ਉਹ ਸਾਰਾ ਕੁਝ ਪਬਲਿਕ ਦਾ ਵੇਚ ਰਿਹਾ ਹੈਗਾ। ਉਹ ਰੇਲ ਗੱਡੀਆਂ ਵੇਚਤੀਆਂ, ਜਿਹੜੇ ਆਪਣੇ ਦੂਜੇ ਏਅਰਪੋਰਟ ਵੇਚ ਦਿੱਤੇ, ਕੋਲਾ ਵੇਚ ਦਿੱਤਾ, ਜਿਹੜੇ ਕੋਲੇ ਦਾ ਹੁਣ ਐਡਾ ਵੱਡਾ ਸੰਕਟ ਆ ਗਿਆ ਹੈਗਾ ਉਹ ਪ੍ਰਾਈਵੇਟ ਕਰਤਾ। ਤੇਲ ਜਿਹੜਾ ਕੰਪਨੀਆਂ ਹੈਗੀਆਂ ਵੱਡੀਆਂ ਉਹ ਵੇਚਤੀਆਂ ਹੈਗੀਆਂ। ਕੋਈ ਜਿਹੜਾ ਆਪਣੇ ਦੂਰ ਸੰਚਾਰ ਹੈਗਾ ਉਹ ਵੇਚਣ ਦੀ ਤਿਆਰੀ ਹੋ ਗਈ ਹੈ, LIC ਵੇਚਤੀ। ਕੋਈ ਪਬਲਿਕ ਅਦਾਰਾ ਇੱਦਾਂ ਦਾ ਜਿਹੜਾ ਮੁਨਾਫੇ ਵਾਲਾ, ਇੱਕ ਤਾਂ ਹੁੰਦਾ ਵੀ ਘਾਟੇ ਵਾਲਾ ਹੈਗਾ ਵੀ ਘਾਟਾ ਹੀ ਚੱਲ ਨਹੀਂ ਸਕਦੇ ਵੇਚ ਦਿਓ, ਉਹ ਤਾਂ ਮੰਨਿਆ ਜਾ ਸਕਦਾ। ਹਾਲਾਂਕਿ ਤੁਸੀਂ ਘਾਟੇ ਨੂੰ ਉਹ ਚੋਂ ਕਿੱਦਾਂ ਕੱਢਣਾ ਉੱਧਰ ਨੂੰ ਚੱਲਣਾ ਚਾਹੀਦਾ ਸੀ, ਪਰ ਤੁਸੀਂ ਮੁਨਾਫੇ ਵਾਲੇ ਵੇਚੀ ਜਾ ਰਹੇ ਆ। ਬਾਹਰਲੇ ਦੇਸ਼, ਚਾਹੇ ਉਹ ਅਮਰੀਕਾ ਆ, ਚਾਹੇ ਇੰਗਲੈਂਡ ਆ, ਚਾਹੇ ਉਹ ਕੈਨੇਡਾ ਆ, ਪਬਲਿਕ ਅਦਾਰਿਆਂ ਨੂੰ ਬਚਾ ਵੀ ਰਹੇ ਆ ਤੇ ਉਹਦੇ ਵਿੱਚ ਰੁਜ਼ਗਾਰ ਵੀ ਦੇ ਰਹੇ ਆ। ਇਹ ਉਲਟਾ ਤਬਾਹ ਕਰ ਰਿਹਾ। ਇੱਦਾਂ ਹੁਣ ਲੋਕ ਜਿਹੜੇ ਆ ਉਹ ਸੁਚੇਤ ਹੁੰਦੇ ਜਾ ਰਹੇ ਆ ਵੀ ਇਸ ਦੇਸ਼ ਨੂੰ ਵੇਚਿਆ ਜਾ ਰਿਹਾ ਹੈਗਾ, ਸੇਲ ਤੇ ਲਾ ਦਿੱਤਾ ਹੈਗਾ ਨਾ। ਉਹ ਹੁਣ ਜਿੰਨਾ ਦਬਾਅ, ਜਿੰਨਾ ਲੋਕ ਸੰਘਰਸ਼, ਲੋਕਾਂ ਦਾ ਇਕਜੁੱਟ ਹੋ ਕੇ ਲੜੂੰਗਾ, ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਪੈਰ ਪਿੱਛੇ ਪੁੱਟਣ ਲਈ ਮਜਬੂਰ ਹੋਣਾ ਨਾ ਪਿਆ। ਜਿੱਦਾਂ ਦੇ ਹੁਣ ਇੱਕਦਮ ਤੇਜ਼ੀ ਨਾਲ ਜੋ ਪ੍ਰਤੀਕਿਰਿਆ ਪੰਜਾਬ ਵਿੱਚੋਂ ਆਈ ਆ, ਉਨੀ ਪੱਛਮੀ ਬੰਗਾਲ ਦੇ ਵਿੱਚੋਂ ਨਹੀਂ ਆਈ। ਜਿੰਨਾ ਹੁਣ ਦੇਖੋ ਇਹ ਵੀ ਗੱਲ ਚੱਲ ਰਹੀ ਹੈਗੀ ਆ ਗੋਦੀ ਮੀਡੀਆ ਦੇ ਵਿੱਚ ਵੀ 12 ਸਟੇਟਾਂ ਹੈਗੀਆਂ, 12 ਸਟੇਟਾਂ ਦੇ ਵਿੱਚੋਂ ਵਿੱਚ BSF ਦਾ ਹੈਗਾ, ਤੇ ਖਾਸ ਕਰਕੇ ਜਿਹੜੀਆਂ 3 ਸਟੇਟਾਂ ਦੇ ਵਿੱਚ ਹੈਗੇ ਆ, ਵਿੱਚ ਅਸਾਮ ਵੀ ਆ, ਬੰਗਾਲ ਵੀ, ਪੰਜਾਬ ਵੀ, ਤੇ 2 ਸਟੇਟਾਂ ਨੂੰ ਹੀ ਕਿਉਂ ਜਾਣੀ ਕਿ ਤਕਲੀਫ ਹੈਗੀ ਹੈ। ਹੁਣ ਗੱਲ ਜਸਵੀਰ ਜੀ ਵੱਡੀ ਇਹ ਹੈਗੀ ਆ ਵੀ ਪੰਜਾਬ ਵਿੱਚ ਜਿਹੜਾ ਪੰਜਾਬੀਅਤ ਦਾ ਜਜ਼ਬਾ ਹੈਗਾ ਨਾ ਜੀ, ਉਹਨੂੰ ਜਾਣੀ ਕਿ ਉਹ ਜਿੰਦਾ ਆ ਜੀ। ਉਹਦੇ ਜਿੰਦਾ ਹੋਣ ਦੀ ਨਿਸ਼ਾਨੀ ਤਾਂ ਆ ਜਦੋਂ ਅਸੀਂ ਕਿਸੇ ਗੱਲ ਨੂੰ, ਕਿਸੇ ਗਲਤ ਗੱਲ ਨੂੰ ਚੁਣੌਤੀ ਦਿੰਦੇ ਹਾਂ, ਜਦੋਂ ਮੋਹਰੇ ਹਿੱਕ ਡਾ ਕੇ ਖੜਦੇ ਆ। ਉਹ ਖੇਤੀ ਬਿੱਲਾਂ ਬਾਰੇ ਵੀ ਹੋਇਆ ਸੀ, ਵਿਰੋਧ ਪੰਜਾਬ ਨੇ ਹੀ ਕੀਤਾ ਸੀਗਾ, ਨਹੀਂ ਤਾਂ ਮੋਦੀ ਦਾ ਬਲਡੋਜ਼ਰ ਢਾਉਂਦਾ ਹੀ ਆ ਰਿਹਾ ਸੀਗਾ। ਚਾਹੇ ਉਹ 370 ਸੀ, ਜੰਮੂ ਕਸ਼ਮੀਰ ਦੇ ਟੋਟੇ ਕਰਤੇ। ਇਹ ਦੇਸ਼ ਦੀ ਆਜ਼ਾਦੀ 'ਚ ਪਹਿਲੀ ਵਾਰੀ ਹੋਇਆ ਵੀ ਕਿਸੇ ਸਟੇਟ ਦਾ, ਜਿਹਨੂੰ ਕਿ ਵਿਸ਼ੇਸ਼ ਦਰਜਾ ਦਿੱਤਾ, ਸਧਾਰਨ ਨਹੀਂ ਵੀ ਵਿਸ਼ੇਸ਼ ਦਰਜਾ ਦਿੱਤਾ ਹੋਇਆ ਸੀ, ਉਹਨੂੰ ਤੁਸੀਂ ਤੋੜ ਕੇ ਉਹਦੇ ਟੋਟੇ ਕਰਦੇ ਹੋ ਜਾਣਗੇ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਹੁਣ ਇਹ ਲੋਕਾਂ ਦੇ ਉੱਤੇ ਗੱਲ ਨਿਰਭਰ ਕਰਦੀ ਹੈ ਕਿ ਉਹ ਕਿੰਨਾ ਕੁ ਇਕਜੁੱਟ ਹੋ ਕੇ ਇਸ ਮੁੱਦੇ ਦੇ ਉੱਤੇ ਆਪਣੀ ਰਾਏ ਰੱਖਦੇ ਆ। ਕੇਂਦਰ ਸਰਕਾਰ ਨੂੰ ਇਸ ਗੱਲ ਲਈ ਪਾਬੰਦ ਕਰਦੇ ਆ ਕਿ ਜੋ ਦਾਇਰਾ ਪਹਿਲਾਂ ਸੀ ਉਸੇ ਦਾਇਰੇ ਤੱਕ ਰਿਹਾ ਜਾਵੇ, ਜਾਂ ਫਿਰ 50 ਕਿਲੋਮੀਟਰ ਤੋਂ ਇੰਨਾ ਕੁ ਘਟਾ ਦਿੱਤਾ ਜਾਵੇ ਤੇ ਇੰਨਾ ਕੁ ਵਧਾ ਦਿੱਤਾ ਜਾਵੇ ਜਿਹਦੇ ਨਾਲ ਲੋਕਾਂ ਨੂੰ ਵੀ ਇਤਰਾਜ਼ ਨਾ ਹੋਵੇ। ਸੂਬੇ ਦੇ ਹੱਕ ਜਿਹੜੇ ਆ ਉਹ ਹੱਕ ਵੀ ਸੰਘੀ ਢਾਂਚੇ ਵਾਲੇ ਬਰਕਰਾਰ ਰਹਿਣ। ਪਰ ਇਹ ਕਿਵੇਂ ਹੁੰਦਾ ਆ, ਕਦੋਂ ਤੱਕ ਹੁੰਦਾ ਆ, ਇਹ ਦੇਖਣ ਲਈ ਅਜੇ ਇੰਤਜ਼ਾਰ ਕਰਨਾ ਪਏਗਾ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ, ਪਰ ਤੁਸੀਂ ਤਾਜ਼ਾ ਤਰੀਨ ਖਬਰਾਂ ਲਈ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।